ਹੈਲੋ ਸਟੂਡੈਂਟ, ਅੱਜ ਆਪਾਂ ਲਗਾ ਤੇ ਲਗਾਖਰ ਬਾਰੇ ਪੜ੍ਹਾਂਗੇ। ਪਿਛਲੇ ਵੀਡੀਓ ਵਿੱਚ ਆਪਾਂ ਨੇ ਅੱਖਰ ਬੋਧ ਜਾਂ ਵਰਨ ਬੋਧ ਬਾਰੇ ਪੜ੍ਹਿਆ ਸੀ। ਉਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਜਿਹੜੇ ਅੱਖਰ ਨੇ ਦੋ ਤਰ੍ਹਾਂ ਦੇ ਹੁੰਦੇ ਹਨ, ਸਵਰ ਅਤੇ ਵਿਅੰਜਨ। ਸਵਰ ਹੁੰਦੇ ਹਨ ਤਿੰਨ, ਊੜਾ, ਐੜਾ, ਈੜੀ। ਜਿਹੜੀਆਂ ਆਪਣੀਆਂ ਲਗਾਂ ਨੇ ਉਹ ਤਿੰਨੋਂ ਸਵਰ ਦੇ ਉੱਪਰ ਨਿਰਭਰ ਹਨ, ਮਤਲਬ ਤਿੰਨੋਂ ਸਵਰ ਦੇ ਨਾਲ ਹੀ ਉਹ ਸਾਰੀਆਂ ਲਗਾਂ ਲੱਗਦੀਆਂ ਹਨ। ਲਗਾਂ ਹੁੰਦੀਆਂ ਕੀ ਨੇ? ਜਦੋਂ ਵੀ ਆਪਾਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਸਹੀ ਰੂਪ ਦਿੰਦੇ ਹਾਂ ਤਾਂ ਉਹਨਾਂ ਅੱਖਰਾਂ ਦੇ ਨਾਲ ਕੁਝ ਸਵਰ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਲਗਾ ਕਹਿੰਦੇ ਹਨ। ਇਹਨਾਂ ਦੀ ਜਿਹੜੀ ਮੁਹਾਰਨੀ ਹੈ, ਸਵਰ ਮੁਹਾਰਨੀ ਹੈ, ਉਹ ਕਿਸ ਤਰ੍ਹਾਂ ਬਣਦੀ ਹੈ? ਅ, ਆ, ਈ, ਈ, ਊ, ਊ, ਏ, ਐ, ਓ, ਔ। ਲਗਾ ਜਿਹੜੀਆਂ ਨੇ ਉਹਨਾਂ ਦੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਹਰਸ ਲਗਾ ਅਤੇ ਦੀਰਘ ਲਗਾ। ਹਰਸ ਲਗਾ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਬੋਲਣ ਵੇਲੇ ਘੱਟ ਸਮਾਂ ਲੱਗਦਾ ਹੈ। ਇਹ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਤਿੰਨ। ਸਭ ਤੋਂ ਪਹਿਲਾਂ ਮੁਕਤਾ, ਜਿਹਦਾ ਕੋਈ ਚਿੰਨ੍ਹ ਨਹੀਂ ਹੁੰਦਾ, ਜਿਵੇਂ 2 ਅੱਖਰ ਸ਼ਬਦ, 3 ਅੱਖਰ ਸ਼ਬਦ ਜਾਂ 4 ਅੱਖਰ ਸ਼ਬਦ। ਸਿਹਾਰੀ, ਸਿਹਾਰੀ ਨੂੰ ਬੋਲਣ ਵੇਲੇ ਵੀ ਹੈ ਜਿਹੜੀ ਆਵਾਜ਼ ਆਪਣੀ ਸਮਾਂ ਜਿਹੜਾ ਘੱਟ ਲੱਗਦਾ ਹੈ। ਔਂਕੜ ਹੈ, ਔਂਕੜ ਦੀ ਆਵਾਜ਼ ਵੀ ਛੋਟੀ ਆਉਂਦੀ ਹੈ। ਸੈਕਿੰਡ ਆ ਗਿਆ ਦੀਰਘ ਲਗਾ, ਜਿਨ੍ਹਾਂ ਲਗਾ ਨੂੰ ਬੋਲਣ ਵੇਲੇ ਜ਼ਿਆਦਾ ਸਮਾਂ ਲੱਗੇ, ਲੰਬੀ ਆਵਾਜ਼ ਆਵੇ, ਉਸਨੂੰ ਆਪਾਂ ਕੀ ਕਹਿੰਦੇ ਹਾਂ? ਦੀਰਘ ਲਗਾ। ਇਹ ਕਿੰਨੀਆਂ ਹਨ? 7, ਜਿਵੇਂ ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੋੜਾ। ਆਪਣੇ ਕੋਲ ਦੇਖੋ ਨੀਚੇ ਦਿੱਤੀਆਂ ਹੋਈਆਂ ਲਗਾ 10। ਫਸਟ ਨੰਬਰ 'ਤੇ ਹੈ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੋੜਾ। ਕੁਝ ਇਹਨਾਂ ਦੇ ਨਾਲ ਜਿਹੜੇ ਸ਼ਬਦ ਹੈ ਉਹ ਤੇ ਦਿੱਤੇ ਹੋਏ ਨੇ। ਮੁਕਤਾ ਦੇ ਦੇਖੋ 2 ਅੱਖਰ, 3 ਅੱਖਰ, ਬੱਸ, ਸ਼ਲਗਮ, ਕਰਦ। ਇਹ ਸਾਰੇ ਜਿਹੜੇ ਸ਼ਬਦ ਕਿਸ ਦੇ ਨਾਲ ਰਿਲੇਟਿਡ ਨੇ? ਮੁਕਤਾ ਦੇ ਨਾਲ। ਕੰਨਾਂ ਵਿੱਚ ਆ ਜਾਂਦੇ ਨੇ ਕਾਰ, ਮਾਲਾ, ਦਵਾਤ, ਇਸ ਤਰ੍ਹਾਂ। ਅੱਗੇ ਬੱਚੇ ਪ੍ਰਸ਼ਨ ਆ ਜਾਂਦਾ ਹੈ ਕਿ ਜਿਹੜੀਆਂ ਊੜਾ, ਆੜਾ, ਈੜੀ ਸਵਰ ਨੇ ਆਪਣੇ, ਇਹਨਾਂ ਨਾਲ ਕਿਹੜੀਆਂ ਕਿਹੜੀਆਂ ਲਗਾ ਲੱਗਦੀਆਂ ਹਨ? ਊੜੇ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ? ਆੜੇ ਨਾਲ ਕਿੰਨੀਆਂ ਲੱਗਦੀਆਂ ਹਨ? ਈੜੀ ਨਾਲ ਕਿੰਨੀਆਂ? ਬੱਚੇ ਇਹਨਾਂ ਨੂੰ ਯਾਦ ਕਰਨ ਦਾ ਤਰੀਕਾ ਜਿਹੜਾ, ਇਹਨਾਂ ਨੂੰ ਆਪਾਂ ਰੇਸ਼ੋ ਵਿੱਚ ਡਿਵਾਈਡ ਕਰ ਦਿੰਦੇ ਹਾਂ। 3, 4, 3, ਮਤਲਬ ਊੜੇ ਨਾਲ 3, ਐੜੇ ਨਾਲ 4, ਈੜੀ ਨਾਲ 3। ਊੜੇ ਨਾਲ ਜਿਹੜੀਆਂ 3 ਲਗਾ ਲੱਗਦੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ? ਔਂਕੜ, ਦੁਲੈਂਕੜ ਅਤੇ ਓੜਾ। ਐੜੇ ਨਾਲ ਜਿਹੜੀਆਂ 4 ਲਗਾ ਲੱਗਦੀਆਂ ਉਹ ਕਿਹੜੀਆਂ ਕਿਹੜੀਆਂ? ਮੁਕਤਾ, ਕੰਨਾ, ਦੁਲਾਵਾਂ ਅਤੇ ਕਨੌੜਾ। ਅੱਗੇ ਜਿਹੜੀਆਂ ਈੜੀ ਨਾਲ ਲਗਾ ਲੱਗਦੀਆਂ ਹਨ, ਸਿਹਾਰੀ, ਬਿਹਾਰੀ ਅਤੇ ਲਾਂ। ਅੱਗੇ ਆ ਜਾਂਦਾ ਹੈ ਲਗਾਖਰ। ਲਗਾਖਰ ਕਿੰਨੇ ਹੁੰਦੇ ਹਨ? ਬਿੰਦੀ, ਟਿੱਪੀ, ਅੱਧਕ। ਇਹ 3 ਤਰ੍ਹਾਂ ਦੇ ਹੁੰਦੇ ਹਨ। ਲਗਾਖਰ ਹੁੰਦੇ ਕੀ ਨੇ? ਜਦੋਂ ਆਪਾਂ ਪੰਜਾਬੀ ਧੁਨੀਆਂ ਨੂੰ ਸਹੀ ਰੂਪ ਦਿੰਦੇ ਹਾਂ, ਉਹਦੇ ਵਿੱਚ ਕੁਝ ਛੋਟੇ ਛੋਟੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਜਿਹੜੇ ਲਗਾਖਰ ਨੇ ਇਹ ਆਪਣੀਆਂ ਜਿਹੜੀਆਂ 10 ਲਗਾ ਨੇ ਉਹਨਾਂ ਦੇ ਨਾਲ ਲੱਗਦੇ ਨੇ। ਹੁਣ ਇਹ ਦੇਖਣਾ ਹੈ ਕਿ ਜਿਹੜੇ ਬਿੰਦੀ, ਟਿੱਪੀ, ਅੱਧਕ ਹੈ ਉਹ ਕਿਹੜੀਆਂ ਕਿਹੜੀਆਂ ਲਗਾ ਨਾਲ ਲੱਗਦੇ ਹਨ। ਦੇਖੋ ਤੁਹਾਨੂੰ ਹੁਣੇ ਦੱਸਿਆ ਸੀ ਕਿ ਜਿਹੜੀਆਂ ਲਗਾ ਨੇ 10 ਲਗਾ ਨੇ, ਪਰ ਜਿਹੜੀ ਬਿੰਦੀ, ਟਿੱਪੀ, ਅੱਧਕ ਦੀ ਰੇਸ਼ੋ ਦੇ ਅਕੋਰਡਿੰਗ ਆਪਾਂ ਦੇਖਿਆ ਜਾਵੇ ਤਾਂ ਇਹ 6, 4, 3 ਨੇ, ਮਤਲਬ ਉਸ ਦੇ ਅਕੋਰਡਿੰਗ ਤਾਂ ਇਹ 13 ਹੋ ਗਏ। ਮਾਤਰਾ ਆਪਣੇ ਕੋਲ 10 ਨੇ। ਬੱਚੇ ਧਿਆਨ ਨਾਲ ਦੇਖੋ, ਜਿਹੜੀ ਬਿੰਦੀ, ਟਿੱਪੀ ਅਤੇ ਅੱਧਕ ਦੀਆਂ ਜਿਹੜੀਆਂ ਮਾਤਰਾਵਾਂ ਨੇ ਉਹ ਸੇਮ ਨੇ। ਟਿੱਪੀ ਦੇ ਵਿੱਚ ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ। ਅੱਧਕ ਵਿੱਚ ਮੁਕਤਾ, ਸਿਹਾਰੀ, ਔਂਕੜ। ਇਹ 3 ਮਾਤਰਾ ਜਿਹੜੀਆਂ ਨੇ ਉਹ ਟਿੱਪੀ ਵਾਲੀਆਂ ਸੇਮ ਨੇ। ਟਿੱਪੀ ਵਿੱਚ ਸਿਰਫ ਇੱਕ ਮਾਤਰਾ ਅਲੱਗ ਤੋਂ ਲੱਗਦੀ ਆ, ਉਹ ਕਿਹੜੀ ਹੈ? ਦੁਲੈਂਕੜ। ਬਾਕੀ ਜਿਹੜੀਆਂ ਮਾਤਰਾਵਾਂ 10 ਮਾਤਰਾ ਵਿੱਚੋਂ 4 ਮਾਤਰਾ ਜੇ ਕੱਢ ਦਿੱਤੀਆਂ ਜਾਣ ਤਾਂ ਬਾਕੀ 6 ਮਾਤਰਾ ਬਚ ਗਈਆਂ, ਉਹ ਕਿਹਦੇ ਨਾਲ ਲੱਗਦੀਆਂ ਨੇ? ਬਿੰਦੀ ਨਾਲ। ਉਹ ਕਿਹੜੀਆਂ ਕਿਹੜੀਆਂ ਨੇ? ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੋੜਾ। ਅੱਗੇ ਬੱਚੇ ਆ ਗਿਆ ਅਰਥ ਭੇਦ। ਜਦੋਂ ਆਪਾਂ ਕਿਸੇ ਅੱਖਰ ਦੇ ਨਾਲ ਲਗਾਖਰ ਚੇਂਜ ਕਰ ਦਿੰਦੇ ਹਾਂ, ਫੋਰ ਐਗਜ਼ਾਮਪਲ ਜਿਵੇਂ ਇੱਥੇ ਲਿਖਿਆ ਹੋਇਆ ਸੌਦਾ, ਇਹਦੇ ਵਿੱਚ ਆਪਾਂ ਚੇਂਜ ਕੀ ਕੀਤਾ? ਅਗਲੇ ਵਰਡ ਵਿੱਚ ਲਿਖਿਆ ਬਿੰਦੀ, ਬਿੰਦੀ ਚੇਂਜ ਕਰ ਸੌਂਦਾ, ਉਹਦਾ ਜਿਹੜਾ ਅਰਥ ਹੈ ਉਹ ਚੇਂਜ ਹੋ ਜਾਂਦਾ, ਉਸਨੂੰ ਕਹਿੰਦੇ ਆ ਅਰਥ ਭੇਦ। ਸੌਦਾ ਹੁੰਦਾ ਰਾਸ਼ਨ, ਜਿਹੜਾ ਆਪਾਂ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਉਹਨੂੰ ਕਹਿੰਦੇ ਰਾਸ਼ਨ, ਸੌਦਾ। ਦੇਖੋ ਬਿੰਦੀ ਲੱਗ ਗਈ, ਉਹਦਾ ਅਰਥ ਚੇਂਜ ਹੋ ਗਿਆ ਸੌਂਦਾ, ਸੋਣਾ, ਕੋਈ ਮਤਲਬ ਕੋਈ ਸੋ ਰਿਹਾ, ਉਸ ਉਦੋਂ ਵਰਤਿਆ ਜਾਂਦਾ ਹੈ।
ਅੱਗੇ ਹੋਰ ਵੀ ਬਹੁਤ ਸਾਰੇ ਸ਼ਬਦ ਨੇ, ਜਿਵੇਂ ਬਾਗ, ਬਾਂਗ। ਬਾਗ ਤਾਂ ਹੋ ਗਿਆ ਜਿਵੇਂ ਬਾਗ ਬਗੀਚਾ, ਪਾਰਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਬਾਂਗ ਹੈਗਾ ਜਿਵੇਂ ਕੋਈ ਆਵਾਜ਼ ਲਗਾਉਣਾ, ਲੰਬੀ ਆਵਾਜ਼, ਜਿਵੇਂ ਮੁਰਗੇ ਦੀ ਲੰਬੀ ਆਵਾਜ਼, ਉਹਨੂੰ ਕਹਿੰਦੇ ਬਾਂਗ ਦੇ ਰਿਹਾ ਉਹ। ਸਾਗ, ਸਾਂਗ। ਬਿੰਦੀ ਲੱਗਣ ਨਾਲ ਅਰਥ ਜਦੋਂ ਚੇਂਜ ਹੋ ਗਿਆ, ਸਾਗ ਹੈ ਜਿਹੜਾ ਉਹ ਸਬਜ਼ੀ ਵਾਲਾ ਵਰਤਿਆ ਜਾਂਦਾ, ਸਾਂਗ ਹੈ ਜਿਹੜਾ ਕਿਦੋਂ ਆਪਾਂ ਕਿਸੇ ਦੀ ਨਕਲ ਕਰਦੇ ਹਾਂ। ਇਹ ਤਾਂ ਸੀਗੇ ਬਿੰਦੀ ਲੱਗਣ ਨਾਲ ਅਰਥ ਚੇਂਜ ਹੋ ਜਾਣੇ। ਅੱਗੇ ਆ ਗਿਆ ਟਿੱਪੀ ਦੀ ਵਰਤੋਂ ਨਾਲ, ਜਿਵੇਂ ਪਹਿਲਾਂ ਸੀ ਘਟਾ, ਫਿਰ ਆ ਗਿਆ ਘੱਟਾ। ਘਟਾ ਆ ਗਿਆ ਜਿਵੇਂ ਬੱਦਲ ਛਾ ਜਾਂਦਾ, ਆਪਾਂ ਕਹਿੰਦੇ ਘਟਾ ਛਾ ਗਈ, ਕਾਲੀ ਘਟਾ ਛਾ ਗਈ, ਬੱਦਲ ਆ ਗਏ। ਘੱਟਾ। ਟਿੱਪੀ ਘੰਟਾ, ਸਮਾਂ ਦੱਸਣ ਵਾਲਾ, ਜਿਹੜਾ ਆਪਾਂ ਕਹਿੰਦੇ ਹਾਂ ਘੜੀ ਵਾਲੀ ਟਿਕ ਟਿਕ ਕਰਦਾ ਘੰਟਾ ਵੱਜੀ ਜਾਂਦਾ, ਇਹ ਟਿੱਪੀ ਲੱਗਣ ਨਾਲ ਇਹਦਾ ਜਿਹੜਾ ਅਰਥ ਹੈ ਉਹ ਚੇਂਜ ਹੋ ਗਿਆ। ਰੱਗ ਅਤੇ ਰੰਗ। ਰੱਗ ਹੁੰਦਾ ਆਦਤ, ਰੰਗ ਹੁੰਦਾ ਕਿਸੇ ਦਾ ਰੰਗ ਚੜ੍ਹ ਜਾਣਾ, ਉਹਨੂੰ ਬੋਲਦੇ ਆ। ਨੈਕਸਟ ਆ ਗਿਆ ਅੱਧਕ। ਅੱਧਕ ਦੀ ਵਰਤੋਂ ਨਾਲ ਵੀ ਅਰਥ ਭੇਦ ਹੋ ਜਾਂਦੇ ਆ। ਕਿਸ ਤਰ੍ਹਾਂ? ਜਿਵੇਂ ਸੱਤ ਅਤੇ ਸੱਤ। ਇੱਕ ਤਾਂ ਸੱਸਾ ਤੱਤਾ ਸੱਤ ਸਿੰਪਲ ਹੈ, ਰਸ, ਜਿਵੇਂ ਆਪਾਂ ਨਿੰਬੂ ਦੇ ਰਸ ਨੂੰ ਸੱਤ ਬੋਲ ਦਿੰਦੇ ਹਾਂ। ਸੱਤ ਅੱਧਕ ਲਗਾਉਣ ਨਾਲ ਜਿਹੜਾ ਸੱਤ ਆ ਉਹਦਾ ਅਰਥ ਕੀ ਹੋ ਗਿਆ? ਗਿਣਤੀ। ਇਸ ਤਰ੍ਹਾਂ ਹੋਰ ਵੀ ਉਦਾਹਰਨਾਂ ਨੇ, ਜਿਵੇਂ ਬਚਾ ਅਤੇ ਬੱਚਾ। ਬਚਾ ਹੁੰਦਾ ਬਚਾਉਣਾ ਕਿਸੇ ਨੂੰ, ਜਦੋਂ ਆਪਾਂ ਅੱਧਕ ਲਗਾਤੀ ਉਹਦਾ ਅਰਥ ਚੇਂਜ ਹੋ ਗਿਆ ਬੱਚਾ, ਇੱਕ ਛੋਟੇ ਬੱਚੇ ਨੂੰ ਬੱਚੇ ਦੇ ਵਿੱਚ ਰੂਪ ਵਿੱਚ ਕਿਹਾ ਜਾਂਦਾ। ਇਹ ਸੀ ਬੱਚੇ ਅਰਥ ਭੇਦ, ਜੋ ਕਿ ਲਗਾਤਾਰ ਲੱਗਣ ਨਾਲ ਸ਼ਬਦਾਂ ਦੇ ਜਿਹੜੇ ਅਰਥ ਹੈ ਉਹ ਚੇਂਜ ਹੋ ਜਾਂਦੇ ਹਨ। ਅੱਗੇ ਬੱਚੇ ਦੇਖੋ, ਇਹਦੇ ਨਾਲ ਰਿਲੇਟਿਡ ਜਿਹੜਾ ਬੁੱਕ ਵਰਕ ਹੈ, ਸਭ ਤੋਂ ਪਹਿਲਾਂ ਆ ਜਾਂਦੇ ਆ ਬਹੁ ਵਿਕਲਪੀ ਪ੍ਰਸ਼ਨ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਵਿੱਚ ਮਲਟੀਪਲ ਚੋਇਸ ਜਾਂ MCQ ਵੀ ਕਹਿੰਦੇ ਹਾਂ। ਫਸਟ ਪ੍ਰਸ਼ਨ ਹੈ, ਕਿਹੜੀਆਂ ਲਗਾਂ ਨੂੰ ਬੋਲਣ ਵੇਲੇ ਘੱਟ ਸਮਾਂ ਲੱਗਦਾ ਹੈ? ਹਰਸ। ਤੁਹਾਨੂੰ ਦੋ ਭਾਗ ਦੱਸੇ ਸੀ, ਹਰਸ ਅਤੇ ਦੀਰਘ। ਹਰਸ ਲਗਾਂ ਨੂੰ ਬੋਲਣ ਵੇਲੇ ਸਮਾਂ ਜਿਹੜਾ ਘੱਟ ਲੱਗਦਾ ਹੈ। ਨੈਕਸਟ ਆ ਗਿਆ, ਹਰਸ ਲਗਾਂ ਕਿੰਨੀਆਂ ਹਨ? 3। ਅੱਗੇ ਆ ਗਿਆ ਬਿੰਦੀਆਂ। ਬਿੰਦੀ ਹੈ ਜਿਹੜੀ ਕਿੰਨੀਆਂ ਲਗਾਂ ਨਾਲ ਲੱਗਦੀ ਹੈ? ਤੁਹਾਨੂੰ ਰੇਸ਼ੋ ਦੱਸੀ ਸੀ ਬਿੰਦੀ ਟਿੱਪੀ ਅੱਧਕ ਦੀ, 6 4 3। ਤਾਂ ਬਿੰਦੀ ਹੈ ਜਿਹੜੀ ਕਿੰਨੀਆਂ ਲਗਾਂ ਨਾਲ ਲੱਗਦੀ ਹੈ? 6 ਲਗਾਂ ਨਾਲ। ਐੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਐੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? ਊੜਾ ਐੜਾ ਈੜੀ ਦੀ ਰੇਸ਼ੋ ਦੱਸੀ ਸੀ 3 4 3। ਤਾਂ ਐੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? 4। ਟਿੱਪੀ ਕਿੰਨੀਆਂ ਲਗਾਂ ਨਾਲ ਲੱਗਦੀ ਹੈ? ਟਿੱਪੀ ਕਿੰਨੀਆਂ ਲਗਾਂ ਨਾਲ ਲੱਗਦੀ ਹੈ? 4 ਨਾਲ। ਅੱਧਕ ਅੱਖਰ ਦੀ ਆਵਾਜ਼ ਨੂੰ ਕੀ ਕਰਦਾ ਹੈ? ਦੋਹਰਾ ਕਰਦਾ ਹੈ। ਉਹਦੀ ਆਵਾਜ਼ ਹੈ ਜਿਹੜੀ ਡਬਲ ਹੋ ਜਾਂਦੀ ਹੈ, ਦੂਰੀ ਹੋ ਜਾਂਦੀ ਹੈ। ਅੱਧਕ ਦੀ ਵਰਤੋਂ ਕਿੰਨੀਆਂ ਲਗਾਂ ਨਾਲ ਲੱਗਦੀ ਹੈ? 3। ਇਹ ਸੀ ਬੱਚੇ ਬਹੁ ਵਿਕਲਪੀ ਪ੍ਰਸ਼ਨ। ਅੱਗੇ ਖਾਲੀ ਥਾਵਾਂ। ਗੁਰਮੁਖੀ ਲਿਪੀ ਵਿੱਚ ਲਗਾ ਅੱਖਰ ਕਿੰਨੇ ਹਨ? 3। ਲਗਾ ਡੈਸ਼ ਸਵਰ ਅੱਖਰਾਂ ਤੋਂ ਪੈਦਾ ਹੋਈਆਂ ਹਨ। ਲਗਾ ਜਿਹੜੀ ਉਹ ਕਿਹੜੇ ਅੱਖਰਾਂ ਤੋਂ? ਸਵਰ ਕਿੰਨੇ ਨੇ? 3। ਊੜਾ ਐੜਾ ਈੜੀ। ਦੀਰਘ ਲਗਾ ਗਿਣਤੀ ਵਿੱਚ ਕਿੰਨੀਆਂ ਹਨ? 7। ਐੜੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? 4। ਈੜੀ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? 3। ਟਿੱਪੀ ਦੀ ਵਰਤੋਂ ਹੈ ਡੈਸ਼ ਲਗਾਂ ਨਾਲ ਹੁੰਦੀ ਹੈ, 4 ਲਗਾਂ ਨਾਲ। ਅੱਧਕ ਦੀ ਵਰਤੋਂ ਡੈਸ਼ ਲਗਾਂ ਨਾਲ ਹੁੰਦੀ ਹੈ, 3। ਅੱਗੇ ਦਿੱਤਾ ਹੋਇਆ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਜਿਨ੍ਹਾਂ ਨਾਲ ਠੀਕ ਲਗਾਂ ਦੀ ਵਰਤੋਂ ਕੀਤੀ ਗਈ ਹੈ ਉਹ ਚੁਣ ਕੇ ਲਿਖੋ। ਇੱਕ ਤਾਂ ਦਿੱਤਾ ਤੁਹਾਨੂੰ ਐਸਾ ਅਤੇ ਇੱਕ ਐਸ, ਈੜੀ ਨਾਲ ਦਿੱਤਾ ਐਸਾ। ਜਿਹੜਾ ਆੜੇ ਨਾਲ ਐਸਾ ਦਿੱਤਾ ਉਹ ਸਹੀ ਹੈ। ਔਲਾ ਅਤੇ ਔਲਾ, ਜਿਹੜਾ ਕਨੋੜੇ ਵਾਲਾ ਔਲਾ ਹੈ ਉਹ ਸਹੀ ਹੈ। ਐਕਾ ਅਤੇ ਏਕਾ, ਏਕਾ ਈੜੀ ਵਾਲਾ ਏਕਾ ਸਹੀ ਹੈ। ਉੱਲੂ ਅਤੇ ਅੱਲੂ, ਅੱਲੂ ਗਲਤ ਹੈ, ਉੱਲੂ ਸਹੀ ਹੈ ਊੜੇ ਵਾਲਾ। ਉਸਤਰਾ ਅਤੇ ਅਸਤਰਾ, ਊੜੇ ਵਾਲਾ ਉਸਤਰਾ ਸਹੀ ਹੈ। ਏਕੜ ਅਤੇ ਐਕੜ, ਐਕੜ ਗਲਤ ਹੈ, ਏਕੜ ਸਹੀ ਹੈ। ਓਪਰਾ ਓਪਰਾ, ਊੜੇ ਵਾਲਾ ਜਿਹੜਾ ਓਪਰਾ ਹੈ ਉਹ ਸਹੀ ਹੈ। ਔਖਾ ਔਖਾ, ਆੜੇ ਦੇ ਕਨੋੜਾ ਜਿਹੜਾ ਕੱਖੇ ਨੂੰ ਕਰਨਾ ਔਖਾ ਉਹ ਵਾਲਾ ਸਹੀ ਹੈ। ਐਕਤਾ ਏਕਤਾ, ਏਕਤਾ ਈੜੀ ਵਾਲਾ ਏਕਤਾ ਸਹੀ ਹੈ। ਔਸ ਔਸਾ, ਔਸ ਹੈ ਜਿਹੜਾ ਊੜੇ ਨੂੰ ਆੜੇ ਨੂੰ ਹੋੜਾ ਸੱਸਾ ਔਸ, ਉਹ ਸਹੀ ਹੈ। ਨੈਕਸਟ ਦਿੱਤਾ ਹੋਇਆ ਸ਼ਬਦ ਜੋੜਾਂ ਦੇ ਅਰਥ ਭੇਦ ਦੱਸਦੇ ਹੋਏ ਵਾਕਾਂ 'ਚ ਵਰਤੋ। ਇੱਥੇ ਤੁਹਾਨੂੰ ਅਰਥ ਦੱਸੇ ਵਾਕ ਤੁਸੀਂ ਖੁਦ ਬਣਾ ਸਕਦੇ ਹੋ। ਫਸਟ ਹੈ ਜੱਗ। ਜੱਗ ਮਤਲਬ ਦੁਨੀਆ। ਜੱਗ ਅੱਧਕ ਲਗਾਉਣ ਨਾਲ ਇਹਦਾ ਅਰਥ ਚੇਂਜ ਹੋ ਗਿਆ, ਇੱਕ ਭਾਂਡਾ, ਜਿਵੇਂ ਆਪਾਂ ਜੱਗ ਉਹਨੂੰ ਵਰਤਿਆ ਜਾਂਦਾ ਉੱਥੇ। ਨੈਕਸਟ ਹੈਗਾ ਪਿਲਾ। ਪਿਲਾ ਕਿਸੇ ਨੂੰ ਪਾਣੀ ਪਿਲਾਉਣਾ ਜਾਂ ਕੁਛ ਵੀ ਪਿਲਾਉਣਾ, ਉਹਨੂੰ ਕਿਹਾ ਜਾਂਦਾ। ਇੱਕ ਹੈਗਾ ਪਿੱਲਾ, ਅੱਧਕ ਲਗਾਉਣ ਨਾਲ ਜਿਹੜਾ ਅਰਥ ਚੇਂਜ ਹੋ ਗਿਆ,
ਪਿੱਲਾ ਕਿਹਨੂੰ ਕਿਹਾ ਜਾਂਦਾ? ਕੁੱਤੇ ਦੇ ਬੱਚੇ ਨੂੰ ਕਿਹਾ ਜਾਂਦਾ। ਆਦਰ, ਆਦਰ ਦਾ ਅਰਥ ਹੈ ਸਤਿਕਾਰ ਕਰਨਾ। ਬਿੰਦੀ ਲਗਾਉਣ ਨਾਲ ਅਰਥ ਚੇਂਜ ਹੋ ਗਿਆ ਆਂਦਰ। ਇਹਦਾ ਅਰਥ ਹੋ ਗਿਆ ਪਾਚਨ ਕਿਰਿਆ ਦਾ ਅੰਗ, ਜਿਹੜਾ ਆਪਣਾ ਡਾਈਜੈਸਟਿਵ ਸਿਸਟਮ ਹੁੰਦਾ ਉਹਨੂੰ ਆਪਾਂ ਇੱਕ ਨਾੜੀ ਅੰਗ ਨੂੰ ਕਹਿੰਦੇ ਹਾਂ ਆਂਦਰ। ਬਾਗ, ਬਗੀਚਾ, ਬਾਂਗ, ਆਵਾਜ਼ ਦੇਣਾ। ਬਿੰਦੀ ਲਗਾਉਣ ਨਾਲ ਇਹਦਾ ਅਰਥ ਚੇਂਜ ਹੋ ਗਿਆ ਆਵਾਜ਼ ਦੇਣਾ। ਜੱਗ, ਫਿਰ ਉਹੀ ਆ ਗਿਆ ਭਾਂਡਾ। ਜੰਗ, ਹੁਣ ਟਿੱਪੀ ਲਗਾਉਣ ਨਾਲ ਅਰਥ ਚੇਂਜ ਹੋ ਗਿਆ ਲੜਾਈ। ਇਹ ਸੀ ਬੱਚੇ ਬੁੱਕ ਵਰਕ। ਇਸ ਤੋਂ ਬਾਅਦ ਕਰਨੇ ਆ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਲੱਗਦੀਆਂ ਹਨ? 10। ਲਗਾਂ ਕਿਹੜੇ ਅੱਖਰਾਂ ਤੋਂ ਬਣਦੀਆਂ ਹਨ? ਊੜਾ, ਐੜੇ, ਈੜੀ ਸਵਰ ਅੱਖਰਾਂ ਤੋਂ। ਸਵਰ ਅੱਖਰਾਂ ਤੋਂ ਕੀ ਬਣਦਾ ਹੈ? ਲਗਾਂ। ਈੜੀ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ? 3। ਗੁਰਮੁਖੀ ਲਿਪੀ ਵਿੱਚ ਲਗਾਕਾਰ ਕਿੰਨੇ ਤੇ ਕਿਹੜੇ ਕਿਹੜੇ ਹਨ? ਗੁਰਮੁਖੀ ਲਿਪੀ ਵਿੱਚ 3 ਲਗਾਕਾਰ ਹਨ, ਬਿੰਦੀ, ਟਿੱਪੀ, ਅੱਧਕ। ਬਿੰਦੀ ਦੀ ਵਰਤੋਂ ਕਿੰਨੀਆਂ ਲਗਾਂ ਨਾਲ ਹੁੰਦੀ ਹੈ? 6। ਲਗਾਂ ਦੀ ਵਰਤੋਂ ਕਿਹਨਾਂ ਨਾਲ ਹੁੰਦੀ ਹੈ? ਲਗਾਂ ਦੀ ਵਰਤੋਂ ਵਿਅੰਜਨਾਂ ਨਾਲ ਹੁੰਦੀ ਹੈ। ਵਿਅੰਜਨਾਂ ਨਾਲ, ਊੜਾ, ਐੜਾ, ਈੜੀ ਨੂੰ ਛੱਡ ਕੇ। ਅੱਧਕ ਦੀ ਵਰਤੋਂ ਕਿੰਨੀਆਂ ਲਗਾਂ ਨਾਲ ਹੁੰਦੀ ਹੈ? 4। ਲਗਾਂ ਕੀ ਹੁੰਦੀਆਂ ਹਨ? ਇਹ ਕਿਹੜੇ ਅੱਖਰਾਂ ਤੋਂ ਬਣਦੀਆਂ ਹਨ? ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਸਹੀ ਰੂਪ ਦੇਣ ਲਈ ਅੱਖਰਾਂ ਨਾਲ ਕੁਝ ਸਵਰ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਸਵਰ ਚਿੰਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ? ਲਗਾਂ। ਇਹ ਕਿਹੜੇ ਅੱਖਰਾਂ ਤੋਂ ਬਣਦੀ ਹੈ? ਊੜਾ, ਐੜਾ, ਈੜੀ ਸਵਰ ਅੱਖਰਾਂ ਤੋਂ। ਊੜਾ, ਐੜਾ, ਈੜੀ ਨਾਲ ਕਿਹੜੀਆਂ ਕਿਹੜੀਆਂ ਲਗਾਂ ਲੱਗਦੀਆਂ ਹਨ? ਊੜੇ ਨਾਲ 3 ਲਗਾਂ ਲੱਗਦੀਆਂ ਹਨ, ਐੜੇ ਨਾਲ 4, ਈੜੀ ਨਾਲ 3। ਊੜੇ ਨਾਲ 3 ਲੱਗਦਾ ਔਂਕੜ, ਦੁਲੈਂਕੜ, ਹੋੜਾ। ਐੜੇ ਨਾਲ 4 ਲਗਾਂ ਮੁਕਤਾ, ਕੰਨਾ, ਦੁਲਾਵਾਂ, ਕਨੋੜਾ। ਈੜੀ ਨਾਲ ਕਿਹੜੀਆਂ ਕਿਹੜੀਆਂ? ਸਿਹਾਰੀ, ਬਿਹਾਰੀ, ਲਾਂ। ਲਗਾਂ ਅੱਖਰ ਕੀ ਹੁੰਦੇ ਹਨ? ਇਹ ਕਿਹੜੇ ਕਿਹੜੇ ਹਨ? ਪੰਜਾਬੀ ਧੁਨੀਆਂ ਨੂੰ ਸਹੀ ਰੂਪ ਵਿੱਚ ਅੰਕਿਤ ਕਰਨ ਲਈ ਛੋਟੇ ਛੋਟੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਨੂੰ ਆਪਾਂ ਲਗਾਂ ਅੱਖਰ ਕਹਿੰਦੇ ਹਾਂ। ਇਹ 3 ਹਨ, ਬਿੰਦੀ, ਟਿੱਪੀ, ਅੱਧਕ। ਅੱਖਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕੀਤੀ ਜਾਂਦੀ ਹੈ। ਬਿੰਦੀ ਦੀ ਵਰਤੋਂ ਕਿੰਨੀਆਂ ਤੇ ਕਿਹੜੀਆਂ ਲਗਾਂ ਨਾਲ ਹੁੰਦੀ ਹੈ? ਬਿੰਦੀ ਦੀ ਵਰਤੋਂ 6 ਲਗਾਂ ਨਾਲ ਹੁੰਦੀ ਹੈ, ਜਿਵੇਂ ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੋੜ। ਇਹ ਸੀ ਬੱਚੇ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਧੰਨਵਾਦ।